ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 78ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗੁਆਰ ਰਰੀ ਮਹੱਲਾ ਪੰਜਵਾਂ। ਅਗਲੇ ਮੂਹੇ ਸਪਾਛੇ ਪਰੇ, ਜੋ ਬਰੇ ਸੇ ਬੰਦ ਲਖ ਖਰੇ। ਜੇ ਧੰਦੇ ਮੇ ਉਹ ਲਪਟਾਏ, उनते दुगण दृढ़ी उन्माए। ओ बेला कुछ चित्त न आवे, बिंस जाए ताहू लपटावे रहाओ। आसा बंदी मूरख दे, काम क्रोध लपट्यो असने। सिर ऊपर ठाडो धर्मराय, मीठी कर कर बिख्या खाए। हों बंद्यो हों साध्यो बैर, हमरी भूम कौन घाले पैर। हाँ पंडित हो चतुर सियाणा, करने हार न बूझे बिगाना। अपनी गतमत आपे जाने, क्या को कहे क्या आख बखाने। जित जित लावे तित तित लगना, अपना भला सब काहू मंगना। सब कुछ तेरा तू करने हार, अंत नहीं कुछ पारावार। दास आपने को दीजे दान, कबू न विसरे नानक नाम। सब कुछ तेरा तू करने हार, अंत नाई कुछ पारावार। दास अपने को दीजे दान, कबू न विसरे नानक नाम। इस शब्द ਵਿੱਚ ਗੁਰੂ ਜੀ ਦੱਸਦੇ ਹਨ ਕਿ ਸਾਡੇ ਵੱਡੇ ਵਡੇਰੇ ਮਾਇਆ ਇਕੱਠੀ ਕਰਨ ਵਿੱਚ ਲੱਗੇ ਹੋਏ ਸਨ ਅਤੇ ਅਸੀਂ ਵੀ ਉਸ ਹੀ ਦੌੜ ਦੇ ਵਿੱਚ ਲੱਗੇ ਹੋਏ ਹਾਂ। ਅਤੇ ਅਖੀਰ ਵਿੱਚ ਫਿਰ ਗੁਰੂ ਜੀ ਦੱਸਦੇ ਹਨ ਕਿ ਉਸ ਪਰਮਾਤਮਾ ਕੋਲੋਂ, ਕਰਤਾ ਪੁਰਖ ਕੋਲੋਂ ਇਹ ਬੇਨਤੀ ਕਰਕੇ ਅਰਦਾਸ ਕਰਨੀ ਹੈ ਕਿ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੋੜੇ ਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਆਪਣੇ ਤੋਂ ਪਹਿਲੇ ਵੱਡੇ ਵਡੇਰੇ ਜੋ ਮਾਇਆ ਇਕੱਠੀ ਕਰਕੇ ਮਰ ਗਏ ਹਨ ਜੀ, ਉਹ ਹੁਣ ਪਿੱਛੇ ਰਹਿ ਗਏ ਹਨ। ਭਾਵ ਅਸੀਂ ਉਹਨਾਂ ਨੂੰ ਭੁੱਲ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਲੋਕ ਮੌਤ ਤੋਂ ਭਾਵ ਹਾਲੇ ਬਚੇ ਹੋਏ ਹਨ ਅਤੇ ਹੁਣ ਜਿਉਂਦੇ ਹਨ, ਉਹ ਮਾਇਆ ਇਕੱਠੀ ਕਰਨ ਲਈ ਆਪਣਾ ਸਾਰਾ ਸਮਾਂ ਲਗਾ ਦਿੰਦੇ ਹਨ ਜੀ। ਜਿਹੜੇ ਧੰਦਿਆਂ ਵਿੱਚ ਉਹ ਵੱਡੇ ਵਡੇਰੇ ਲਪਟੇ ਹੋਏ ਸਨ ਜੀ, ਉਹਨਾਂ ਨਾਲੋਂ ਦੂਣੀ ਮਾਇਆ ਉਹਨਾਂ ਭਾਵ ਜਿਉਂਦੇ ਮਨੁੱਖਾਂ ਨੇ ਦ੍ਰਿੜ ਕਰ ਲਈ ਹੈ ਜੀ, ਭਾਵ ਇਕੱਠੀ ਕਰ ਲਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਨੂੰ ਉਹ ਵੇਲਾ ਭਾਵ ਮੌਤ ਦਾ ਸਮਾਂ ਰਤਾ ਭਰ ਵੀ ਯਾਦ ਨਹੀਂ। ਮੌਤ ਦਾ ਸਮਾਂ ਭਾਵ ਉਮਰ ਬੀਤਦੀ ਜਾ ਰਹੀ ਹੈ ਜੀ। ਇਹ ਮਾਇਆ ਦੇ ਨਸ਼ੇ ਦੇ ਵਿੱਚ, ਇਕੱਠੀ ਕਰਨ ਦੇ ਨਸ਼ੇ ਵਿੱਚ, ਕਾਮ ਕ੍ਰੋਧ ਲੋਭ ਹੰਕਾਰ ਵਿੱਚ ਹੀ ਜਿਉ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਮਾਇਆ ਨੇ ਬਿੰਸ ਜਾਣਾ ਹੈ, ਇਹ ਮੁੜ ਮੁੜ ਕੇ ਉਸੇ ਨੂੰ ਚੰਬੜਦਾ ਹੈ ਜੀ। ਆਪਣੇ ਹਰ ਨਾਲ ਲਿਵ ਨਹੀਂ ਲਗਾਉਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੂਰਖ ਮਨੁੱਖ ਦੀ ਦੇਹੀ ਹਰ ਤਰ੍ਹਾਂ ਦੀ ਆਸਾ ਵਿੱਚ ਬੱਧੀ ਹੋਈ ਹੈ ਜੀ। ਹਰ ਵੇਲੇ ਇਹਦੇ ਅੰਦਰ ਇਹ ਰਹਿੰਦਾ ਹੈ ਕਿ ਮੈਨੂੰ ਚੀਜ਼ਾਂ ਇਹ ਚਾਹੀਦੀਆਂ ਹਨ, ਉਹ ਚਾਹੀਦਾ ਹੈ ਜੀ। ਹਰ ਤਰ੍ਹਾਂ ਦੀ ਬਿਰਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਆਪ ਕਾਮ ਕ੍ਰੋਧ ਅਤੇ ਲੋਭ ਮੋਹ ਹੰਕਾਰ ਆਦਿ ਵਿਕਾਰਾਂ ਵਿੱਚ ਹੀ ਲਿਪਟਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਦੇ ਸਿਰ ਉੱਤੇ ਲੇਖਾ ਲਿਖਣ ਵਾਲਾ ਧਰਮਰਾਜ ਖੜਾ ਹੈ ਜੀ। ਭਾਵ ਉਮਰ ਦਿਨ ਰਾਤ
ਘਟਦੀ ਜਾ ਰਹੀ ਹੈ ਜੀ। ਔਰ ਫਿਰ ਇਸ ਦੀ ਇੱਕ ਦਿਨ ਵਾਰੀ ਆ ਜਾਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਮੂਰਖ ਮਨੁੱਖ ਜ਼ਹਿਰ ਵਰਗੀ ਮਾਇਆ ਮਿੱਠੀ ਕਰਕੇ ਭਾਵ ਸਮਾਧ ਲਈ ਸਮਝ ਕੇ ਹੀ ਖਾ ਰਿਹਾ ਹੈ ਜੀ। ਆਪਣੀ ਅਸਲੀਅਤ ਨੂੰ ਨਹੀਂ ਸਮਝਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆ ਦੇ ਨਸ਼ੇ ਵਿੱਚ ਅਗਿਆਨੀ ਮਨੁੱਖ ਇਹ ਆਖਦਾ ਹੈ ਕਿ ਮੈਂ ਕਿਸੇ ਮਨੁੱਖ ਨੂੰ, ਮੈਂ ਉਸਨੂੰ ਧੌਂਸ ਜਮਾਉਂਦਾ ਹੈ ਕਿ ਮੈਂ ਉਹਨੂੰ ਬੰਨਾਂਗਾ, ਮੈਂ ਉਹਨੂੰ ਵੇਖ ਲਵਾਂਗਾ, ਉਸ ਤੋਂ ਆਪਣਾ ਬਦਲਾ ਲਵਾਂਗਾ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਜ਼ਮੀਨ, ਉਹ ਕਹਿੰਦਾ ਹੈ ਇਹ ਜ਼ਮੀਨ ਮੇਰੀ ਹੈ। ਤੂੰ ਇੱਥੇ ਮੇਰੇ ਦੂਸਰਿਆਂ ਬੰਦਿਆਂ ਨੂੰ ਕਹਿੰਦਾ ਹੈ ਕਿ ਤੂੰ ਇਸ ਦੇ ਵਿੱਚ ਕਿਸ ਤਰ੍ਹਾਂ ਪੈਰ ਰੱਖ ਸਕਦਾ ਹੈ, ਇਹ ਤੇ ਮੇਰੀ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਆਪਣੇ ਆਪ ਨੂੰ ਬੜਾ ਵਿਦਵਾਨ, ਹੁਸ਼ਿਆਰ ਤੇ ਸਿਆਣਾ ਸਮਝਦਾ ਹੈ, ਦੂਸਰਿਆਂ ਨੂੰ ਸਮਝਦਾ ਹੈ ਕਿ ਉਹ ਅਗਿਆਨੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਅਗਿਆਨੀ ਮਨੁੱਖ ਉਸ ਪੈਦਾ ਕਰਨ ਵਾਲੇ ਕਰਤਾਰ ਪੁਰਖ ਨੂੰ ਵੀ ਕੁਝ ਨਹੀਂ ਸਮਝਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਐਵੇਂ ਹੰਕਾਰੀ ਬਣਿਆ ਫਿਰਦਾ ਹੈ ਜੀ ਕਿ ਮੈਂ ਬਹੁਤ ਵੱਡਾ ਵਿਦਵਾਨ, ਬੜਾ ਹੁਸ਼ਿਆਰ, ਬੜਾ ਸਿਆਣਾ ਤੇ ਮੇਰੇ ਕੋਲ ਬੜੀ ਮਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਆਪਣੀ ਗਤਮਤ ਅਵਸਥਾ ਨੂੰ ਪਰਮੇਸ਼ਰ ਆਪ ਹੀ ਜਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਬਾਰੇ ਕੀ ਕੋਈ ਆਖੇ ਅਤੇ ਕੀ ਆਖ ਕੇ ਉਸ ਦਾ ਵਿਗਿਆਨ ਕਰ ਸਕਦਾ ਹੈ ਜੀ। ਭਾਵ ਅਸੀਂ ਨਹੀਂ ਕਰ ਸਕਦੇ ਜੀ, ਵਿਖਿਆਨ ਨਹੀਂ ਹੋ ਸਕਦਾ ਜੀ। ਉਸ ਦੇ ਭਾਣੇ ਤੇ ਸਮਝਣਾ ਬਹੁਤ ਮੁਸ਼ਕਿਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਜਿਸ ਪਾਸੇ ਤੋਂ ਕਿਸੇ ਜੀਵ ਨੂੰ ਲਾਉਂਦਾ ਹੈ ਉਸ ਪਾਸੇ ਹੀ ਉਸ ਜੀਵ ਨੇ ਲੱਗਣਾ ਹੈ ਜੀ। ਭਾਵ ਫਿਰ ਗੁਰੂ ਜੀ ਕਹਿੰਦੇ ਹਨ, ਇਹ ਸਭ ਕੁਝ ਤੂੰ ਆਪ ਪਰਮੇਸ਼ਰ ਆਪ ਹੀ ਸਾਰਿਆਂ ਕੋਲੋਂ ਕਰਵਾ ਰਿਹਾ ਹੈ ਜੀ। ਉਸਨੇ ਹੀ ਉਸ ਹਰ ਇੱਕ ਨੂੰ ਜੋ ਵੀ ਕੰਮ ਕਰਦੇ ਨੇ ਉਹਨਾਂ 'ਚ ਲਗਾਇਆ ਹੈ ਜੀ। ਉਹ ਸਭ ਕੁਛ ਉਸ ਸਿਰਜਣਹਾਰ ਕਰਤਾ ਪੁਰਖ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਰ ਕਿਸੇ ਨੇ ਤੇਰੇ ਪਾਸੋਂ ਆਪਣਾ ਭਲਾ ਹੀ ਮੰਗਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਸਭ ਕੁਝ ਤੇਰਾ ਹੈ ਕਿਉਂਕਿ ਤੂੰ ਕਰਤਾ ਪੁਰਖ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕੋਈ ਮਨੁੱਖ ਰੱਤਾ ਪਰ ਵੀ ਤੇਰਾ ਅੰਤ ਨਹੀਂ ਪਾ ਸਕਦਾ ਜੀ ਕਿ ਤੂੰ, ਤੇਰਾ ਉਰਾਰ ਤੇ ਤੇਰਾ ਪਾਰ ਕੀ ਹੈ ਜੀ। ਭਾਵ ਇਹ ਮਨੁੱਖ ਦੇ ਸਮਝ ਤੋਂ ਬਾਹਰ ਹੈ ਜੀ। ਅਤੇ ਤੂੰ ਕਰਤਾ ਪੁਰਖ ਸਿਰਜਣਹਾਰ ਬੇਅੰਤ ਹੈ ਜੀ। ਫਿਰ ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪਰਮੇਸ਼ਰ, ਆਪਣੇ ਦਾਸ ਨੂੰ ਗੁਰਸ਼ਬਦ ਗੁਰਬਾਣੀ ਦਾ ਦਾਨ ਬਖਸ਼ ਦਿਓ ਕਿ ਤੇਰਾ ਦਾਸ ਗੁਰਸ਼ਬਦ ਗੁਰਬਾਣੀ ਨਾਮ ਮੈਨੂੰ ਕਦੀ ਨਾ ਵਿਸਰੇ ਜੀ। ਆਓ ਇਸ ਸ਼ਬਦ ਦਾ ਸਾਰ ਕਰੀਏ ਜੀ। ਇਸ ਵਿੱਚ ਗੁਰੂ ਜੀ ਪਹਿਲਾਂ ਇਹ ਕਹਿੰਦੇ ਹਨ ਕਿ ਅਸੀਂ ਵਿਕਾਰਾਂ ਵਾਲੇ ਪਾਸੇ ਲੱਗ ਕੇ ਸਭ ਤਰ੍ਹਾਂ ਦੇ ਕੰਮ ਕਰਦੇ ਹਾਂ, ਪਰ ਫਿਰ ਅਖੀਰ ਵਿੱਚ ਬੇਨਤੀ ਕੀਤੀ ਹੈ ਜੀ ਕਿ ਹੇ ਪਰਮੇਸ਼ਰ, ਸਾਡੇ ਤੇ ਦਇਆ ਕਰੋ ਕਿ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜੇ ਰਹੀਏ ਜੀ ਤੇ ਵਿਕਾਰਾਂ ਵਾਲੇ ਪਾਸੇ ਨਾ ਲੱਗੀਏ ਜੀ। ਜਿਸ ਤਰ੍ਹਾਂ ਇਸ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਨਾ ਕੋ ਲੈ ਆਇਓ ਏ ਧਨ, ਨਾ ਕੋ ਲੈ ਜਾਤ, ਰਾਵਣ ਹੂੰ ਤੈ ਅਧਿਕ ਛਤਰਪਤ, ਖਿਨਮੇ ਗਏ ਬਿਲਾਤ। ਇਹ ਪੇਜ
ਸਫਾ 1251 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ ਜੀ ਕਿ ਹਰ ਰੋਜ਼ ਅਸੀਂ ਆਪਣੇ ਅੱਖਾਂ ਦੇ ਸਾਹਮਣੇ ਵੇਖਦੇ ਹਾਂ ਕਿ ਨਾ ਕਿਸੇ ਨੇ ਧਨ ਲੈ ਜਾਣਾ ਹੈ ਅਤੇ ਨਾ ਹੀ ਕਿਸੇ ਨੇ ਆਪਣੀ ਵਿਦਿਆਨੀ ਅਤੇ ਸਿਆਣਪ ਨਾਲ ਖੜਨੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਆਪਣੇ ਵੱਡੇ ਵਡੇਰਿਆਂ ਵਾਂਗੂ ਹੱਥ ਧੋ ਕੇ ਮਾਇਆ ਇਕੱਠੀ ਕਰਨ ਪਿੱਛੇ ਹੀ ਲੱਗਾ ਹੋਇਆ ਹੈ ਜੀ। ਫਿਰ ਹੰਕਾਰ ਵਿੱਚ ਮਤਾ ਹੋਇਆ ਮਨੁੱਖ, ਜਿਸ ਤਰ੍ਹਾਂ ਇਸ ਸ਼ਬਦ ਦੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ ਕੋ ਨਾਹੀ ਮੁਝੇ ਸਮਾਨੀ, ਸਮਝ ਕੇ ਭਾਵ ਮੇਰੇ ਸਮਾਨ ਕੋਈ ਨਹੀਂ ਹੈ ਜੀ। ਮੈਂ ਬੜਾ ਗਿਆਨੀ ਧਿਆਨੀ ਅਤੇ ਬੜਾ ਅਮੀਰ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਕਰਨਹਾਰ ਕਰਤਾਰ ਨੂੰ, ਸਿਰਜਣਹਾਰ ਕਰਤਾ ਪੁਰਖ ਨੂੰ ਚੇਤੇ ਹੀ ਨਹੀਂ ਕਰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਸਾਹਿਬ ਬ੍ਰਹਮ ਅਵਸਥਾ ਵਿੱਚ ਬੈਠੇ ਹੋਏ ਕਿਸੇ 'ਤੇ ਦੋਸ਼ ਨਹੀਂ ਲਾਉਂਦੇ, ਸਗੋਂ ਪਰਮੇਸ਼ਰ ਨੂੰ ਸਰਬ ਸ਼ਕਤੀ ਮੰਨ ਕੇ ਆਖਦੇ ਹਨ ਕਿ ਇਹ ਪਰਮੇਸ਼ਰ ਜਿਸ ਪਾਸੇ ਤੂੰ ਜੀਆਂ ਨੂੰ ਲਗਾਉਂਦਾ ਹੈ ਉਸ ਪਾਸੇ ਹੀ ਉਹ ਲੱਗੇ ਹੋਏ ਹਨ ਜੀ। ਜਿਸ ਤਰ੍ਹਾਂ ਇਸ ਅੰਤ ਵਿੱਚ ਗੁਰੂ ਜੀ ਇਸ ਲਾਈਨ ਵਿੱਚ ਕਹਿੰਦੇ ਹਨ ਕਿ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਦਾ ਦਾਨ ਬਖਸ਼ੋ ਅਤੇ ਉਹ ਸਾਡੇ ਤੋਂ ਨਾ ਵਿਸਰੇ ਜੀ। ਇਸ ਸ਼ਬਦ ਦੀ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ ਬੇਨਤੀ ਕਰਕੇ ਕਿ ਦਾਸ ਆਪਣੇ ਕੋ ਦੀਜੇ ਦਾਨ, ਕਬੂ ਨ ਵਿਸਰੇ ਨਾਨਕ ਨਾਮ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।